ਸੋ ਚੁੱਪੀ ਤੋੜਨ ਦੀ ਲੋੜ ਹੈ ਤਾਂ ਉਸ ਦਿਨ ਸਹੀ ਮਾਇਨਿਆਂ ਵਿੱਚ ਲੋਹੜੀ ਕੁੜੀਆਂ ਦੀ ਵੀ ਹੋ ਜਾਏਗੀ। ਜੋ ਆਪਣੇ ਰੋਕ ਧੀ ਦੇ ਉੱਤੇ ਲਾਈਏ ਉਹੀ ਰੋਕ ਪੁੱਤਰ ਉੱਤੇ ਲਾਓ ਤਾਂ ਯਕੀਨਨ ਸਮਾਜ ਉਸੇ ਦਿਨ ਬਦਲ ਸਕੇਗਾ। ਸੋ ਪਹਿਲੀ ਰੋਕ ਅਸੀਂ ਜਾਂ ਪਹਿਲੀ ਸਿੱਖਿਆ ਘਰ ਵਿੱਚੋਂ ਸ਼ੁਰੂ ਕਰਨੀ ਪੈਣੀ ਹੈ। ਅਜਿਹੇ ਟੱਬਰ ਵੀ ਨੇ ਜਿਹੜੇ ਅਫਸੋਸ ਕਰਦੇ ਨੇ ਕਾਸ਼ ਸਾਡੇ ਘਰ ਧੀ ਹੁੰਦੀ ਤਾਂ ਅਸੀਂ ਹੁਣ ਬਜ਼ੁਰਗ ਸਾਨੂੰ ਕੋਈ ਵੇਖਣ ਵਾਲਾ ਨਹੀਂ, ਤੇ ਸ਼ਾਇਦ ਅਸੀਂ ਇਸ ਮੌਕੇ ਕਿਉਂਕਿ ਹਸਪਤਾਲਾਂ ਵਿੱਚ ਜਦੋਂ ਬਜ਼ੁਰਗ ਕੋਈ ਹੋ ਜਾਂਦਾ ਨਾ ਪੁੱਤਰ ਛੱਡ ਜਾਂਦੇ ਨੇ, ਧੀਆਂ ਫਿਰ ਵੀ ਆਪਣੇ ਗੁਰਦੇ ਤੱਕ ਦੇ ਜਾਂਦੀਆਂ। ਸੋ ਪਹਿਲਾਂ ਤਾਂ ਇੱਕ ਐਗਜ਼ਾਮਪਲ ਹਰ ਘਰ ਵਿੱਚ ਪਿਓ ਨੂੰ ਬਣ ਕੇ ਦਿਖਾਉਣਾ ਪਏਗਾ ਕਿ ਮੈਂ ਤੇਰੀ ਮਾਂ ਦੀ ਇੱਜ਼ਤ ਕਰਦਾ, ਤਾਂ ਉਹ ਆਟੋਮੈਟਿਕਲੀ ਸਿੱਖੇਗਾ, ਉਹਨੂੰ ਕੁਝ ਹੋਰ ਸਿਖਾਉਣ ਦੀ ਲੋੜ ਨਹੀਂ। ਤਿਉਹਾਰ ਸ਼ੁਰੂ ਤਾਂ ਦਰਅਸਲ ਹੋਇਆ ਕੁੜੀਆਂ ਸਦਕਾ ਹੀ ਸੀ, ਇਤਿਹਾਸ ਗਵਾਹ ਹੈ। ਸਤਿ ਸ਼੍ਰੀ ਅਕਾਲ, ਮੈਂ ਰੀਨਾ ਧੀਮਾਨ। ਸੋ ਤੁਹਾਨੂੰ ਪਤਾ ਹੀ ਹੈ ਕਿ ਲੋਹੜੀ ਦਾ ਤਿਉਹਾਰ ਆ। ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕਈ ਧਾਰਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਮੁੰਡੇ ਤੇ ਖਾਸ ਕਰਕੇ ਜਿਹੜਾ ਲੋਹੜੀ ਦਾ ਤਿਉਹਾਰ ਆ ਉਹ ਮੁੰਡੇ ਦੇ ਜੰਮਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ। ਪਰ ਬੇਸ਼ੱਕ ਅੱਜ ਦੇ ਜ਼ਮਾਨੇ ਦੇ ਵਿੱਚ ਕੁੜੀਆਂ ਨੂੰ ਵੀ ਤਰਜੀਹ ਦਿੱਤੀ ਜਾ ਰਹੀ ਹੈ, ਕੁੜੀਆਂ ਦੀ ਵੀ ਲੋਹੜੀ ਮਨਾਈ ਜਾ ਰਹੀ ਹੈ, ਪਰ ਕਿਸ ਹੱਦ ਤੱਕ। ਸੋ ਇਸ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਸ਼ਿੰਦਰ ਕੌਰ। ਸੋ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਦਰਅਸਲ ਗੱਲ ਇਹ ਹੈ ਕਿ ਤਿਉਹਾਰ ਕੁੜੀਆਂ ਦਾ ਸਹੀ ਮਾਇਨਿਆਂ ਵਿੱਚ ਉਦੋਂ ਹੀ ਬਣੇਗਾ ਜਦੋਂ ਅਸੀਂ ਕਹਾਂਗੇ ਕਿ ਹਾਂ ਇਸ ਇੱਕ ਦਿਨ ਵਿੱਚ ਕਿਸੇ ਇੱਕ ਵੀ ਬੇਟੀ ਦਾ ਬਲਾਤਕਾਰ ਨਹੀਂ ਹੋਇਆ। ਅੱਜ ਇਸ ਇੱਕ ਦਿਨ ਵਿੱਚ ਕੋਈ ਇੱਕ ਵੀ ਅਜਿਹੀ ਔਰਤ ਨਹੀਂ ਜਿਹੜੀ ਜਿਸ ਨਾਲ ਕਿ ਡੋਮੈਸਟਿਕ ਵਾਇਲੈਂਸ ਨਾ ਅੱਜ ਦਿਨ ਹੋਇਆ ਹੋਵੇ, ਬਲਕਿ ਇਹ ਦਿਨ ਉਹ ਹੈ ਜਿਸ ਦਿਨ ਇੱਕ ਘੱਟੋ ਘੱਟ ਇੱਕ ਧੀ ਤਾਂ ਫਖਰ ਨਾਲ ਇਹ ਕਹਿ ਸਕਦੀ ਹੋਏ ਕਿ ਮੈਂ ਆਪਣੇ ਪਿਓ ਤੇ ਆਪਣੇ ਭਰਾ ਤੇ ਆਪਣੇ ਪੂਰੇ ਮੁਹੱਲੇ ਤੇ ਮਾਣ ਕਰਦੀ ਹਾਂ ਕਿਉਂਕਿ ਇੱਥੇ ਮੈਨੂੰ ਪੂਰੀ ਇੱਜ਼ਤ ਨਾ ਮਿਲੀ ਹੈ। ਤੇ ਬਿਲਕੁਲ ਇਸੇ ਤਰ੍ਹਾਂ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਇਹ ਘੱਟੋ ਘੱਟ ਇੱਕ ਦਿਨ ਜਿੱਥੇ ਸਦੀਆਂ ਤੋਂ ਉਡੀਕਦੀਆਂ ਆ ਰਹੀਆਂ ਨੇ ਔਰਤਾਂ ਆਪਣੇ ਪ੍ਰਤੀ ਨਿਆਂ ਲਈ, ਉਹ ਉਡੀਕ ਕਦੇ ਤਾਂ ਖਤਮ ਹੋਏਗੀ। ਸਹੀ ਮਾਇਨਿਆਂ ਵਿੱਚ ਉਸ ਦਿਨ ਔਰਤ ਜ਼ਾਤ ਲਈ ਇਹ ਖੁਸ਼ੀ ਦਾ ਤਿਉਹਾਰ ਹੋਏਗਾ। ਪਰ ਦੇਖਿਆ ਜਾਵੇ ਤਾਂ ਜਿਹੜਾ ਲੋਹੜੀ ਦਾ ਤਿਉਹਾਰ ਉਹ ਖਾਸ ਕਰਕੇ ਮੁੰਡਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਵੀ ਮੁੰਡਿਆਂ ਕਰਕੇ ਹੀ ਲੋਹੜੀ ਮਨਾਈ ਜਾਂਦੀ ਹੈ, ਕੁੜੀਆਂ ਕਰਕੇ ਕਿਉਂ ਨਹੀਂ? ਜੀ ਇਹ ਤਿਉਹਾਰ ਸ਼ੁਰੂ ਤਾਂ ਦਰਅਸਲ ਹੋਇਆ ਕੁੜੀਆਂ ਸਦਕਾ ਹੀ ਸੀ, ਇਤਿਹਾਸ ਗਵਾਹ ਹੈ ਕਿ ਉਦੋਂ ਵੀ ਬਾਗੀ ਨਾਮ ਨਾਲ ਅਸੀਂ ਬੁਲਾਇਆ ਸੀ ਦੁੱਲਾ ਭੱਟੀ ਨੂੰ, ਤੇ ਹੁਣ ਵੀ ਬਾਗੀ ਹਰ ਸਾਲ ਹਰ ਸਦੀ ਵਿੱਚ ਆਏ ਨੇ ਤੇ ਹਰ ਸਦੀ ਵਿੱਚ ਉਹ ਉਹਨਾਂ ਨੇ ਸਿਖਰਾਂ ਛੂਹੀਆਂ ਨੇ। ਤੇ ਬਾਗੀ ਤਾਂ ਫਿਰ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਦੇ ਬਾਅਦ ਵਿੱਚ ਪਾਰਲੀਮੈਂਟਾਂ ਦੇ ਵਿੱਚ ਬੁੱਤ ਲੱਗਦੇ ਨੇ ਤੇ ਫਿਰ ਉਹਨਾਂ ਨੂੰ ਹਾਰ ਵੀ ਪਾਏ ਜਾਂਦੇ ਨੇ। ਸੋ ਸ਼ੁਕਰ ਹੈ ਕਿ ਇਹ ਪਹਿਲੇ ਭਾਵੇਂ ਅਸੀਂ ਧੀਆਂ ਨੂੰ ਵਿੱਚ ਬਹੁਤ ਨਿਭਾਇਆ, ਪਰ ਹੁਣ ਧੀਆਂ ਆਪ ਜਾਗਰਤ ਹੋ ਰਹੀਆਂ ਨੇ, ਆਪਣੇ ਹੱਕਾਂ ਪ੍ਰਤੀ ਜਾਣ ਕੇ ਖੜੀਆਂ ਹੋ ਰਹੀਆਂ ਨੇ, ਲੜਾਈ ਕਰ ਰਹੀਆਂ ਨੇ, ਜੰਗ ਜਿੱਤ ਰਹੀਆਂ ਨੇ, ਬਿਜ਼ਨਸ ਵੂਮਨ ਟੌਪ ਦੀਆਂ ਨੇ, ਸਪੋਰਟਸ ਵੂਮਨ ਟੌਪ ਦੀਆਂ ਨੇ। ਸੋ ਹੁਣ ਉਹਨਾਂ ਨੇ ਆਪਣੀ ਥਾਂ ਅਜਿਹੀ ਪੱਕੀ ਕਰ ਲਈ ਹੈ ਜਿੱਥੇ ਉਮੀਦ ਕਰਦੇ ਹਾਂ ਕਿ ਸਮਾਂ ਅਜਿਹਾ ਵੀ ਆਏਗਾ ਜਿੱਥੇ ਪਹਿਲਾਂ ਵੀ ਔਰਤ ਪ੍ਰਧਾਨ ਸਮਾਜ ਹੋਇਆ ਕਰਦਾ ਸੀ, ਸਦੀਆਂ ਮਰਦ ਪ੍ਰਧਾਨ ਰਿਹਾ, ਤੇ ਹੁਣ ਫਿਰ ਬਰਾਬਰੀ ਦਾ ਕਦੇ ਨਾ ਕਦੇ ਤਾਂ ਆਏਗਾ ਸਮਾਜ ਜਿੱਥੇ ਔਰਤ ਤੇ ਮਰਦ ਪ੍ਰਧਾਨਗੀ ਛੱਡ ਕੇ ਬਰਾਬਰੀ ਦਾ ਇੱਕ ਅਹਿਸਾਸ ਤੇ ਇਹੋ ਜਿਹਾ ਸਮਾਜ ਸਿਰਜ ਸਕਣਗੇ। ਜੀ ਜ਼ਮਾਨਾ ਚੇਂਜ ਹੁੰਦਾ ਜਾ ਰਿਹਾ, ਹੁਣ ਧੀਆਂ ਦੀ ਲੋਹੜੀ ਵੀ ਮਨਾਈ ਜਾ ਰਹੀ ਹੈ। ਕੀ ਲੱਗਦਾ ਵੀ ਹੁਣ ਜਿਹੜੀ ਸ਼ੁਰੂਆਤ ਹੋ ਚੁੱਕੀ ਹੈ ਵੀ ਆਉਣ ਵਾਲੇ ਸਮੇਂ 'ਚ ਜਿਹੜੇ ਧੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਾ ਦਰਜਾ ਮਿਲੇਗਾ? ਬਿਲਕੁਲ ਉਮੀਦ ਤੇ ਦੁਨੀਆ ਟਿਕੀ ਹੈ। ਅਸੀਂ ਸਮਝ ਸਕਦੇ ਹਾਂ ਕਿ ਅੱਗੇ ਜਿਵੇਂ ਜਿਵੇਂ ਹੁਣ ਤਬਦੀਲੀ ਹੋ ਰਹੀ ਹੈ ਕਿ ਕਈ ਆਪਣੇ ਪਿਓ ਹੀ ਮੰਨਦੇ ਨੇ ਕਿ ਮੇਰੀ ਇੱਕੋ ਧੀ ਤੇ ਬਥੇਰੀ ਹੈ ਪੁੱਤਰਾਂ ਵਾਂਗ ਹੈ। ਬਿਲਕੁਲ ਇਸੇ ਤਰ੍ਹਾਂ ਬਹੁਤ ਸਾਰੇ ਭਰਾ ਫਖਰ ਕਰਦੇ ਨੇ ਕਿ ਮੇਰੀ ਭੈਣ ਅਗਾਂਹ ਵੱਧ ਰਹੀ ਹੈ। ਤੇ ਫਿਰ ਬਹੁਤ ਸਾਰੇ ਅਜਿਹੇ ਟੱਬਰ ਵੀ ਨੇ ਜਿਹੜੇ ਅਫਸੋਸ ਕਰਦੇ ਨੇ ਕਾਸ਼ ਸਾਡੇ ਘਰ ਧੀ ਹੁੰਦੀ ਤਾਂ ਅਸੀਂ ਹੁਣ ਬਜ਼ੁਰਗ ਸਾਨੂੰ ਕੋਈ ਵੇਖਣ ਵਾਲਾ ਨਹੀਂ, ਤੇ ਸ਼ਾਇਦ ਅਸੀਂ ਇਸ ਮੌਕੇ ਕਿਉਂਕਿ ਹਸਪਤਾਲਾਂ ਵਿੱਚ ਜਦੋਂ ਬਜ਼ੁਰਗ ਕੋਈ ਹੋ ਜਾਂਦਾ ਨਾ ਪੁੱਤਰ ਛੱਡ ਜਾਂਦੇ ਨੇ, ਧੀਆਂ ਫਿਰ ਵੀ ਆਪਣੇ ਗੁਰਦੇ ਤੱਕ ਦੇ ਜਾਂਦੀਆਂ। ਸੋ ਉਸ ਉਮਰੇ ਜਦੋਂ ਸਮਝ ਆਉਂਦੀ ਹੈ ਧੀ ਦੀ ਅਹਿਮੀਅਤ ਕੀ ਹੈ, ਕਾਸ਼ ਇਹ ਪਹਿਲਾਂ ਵੀ ਸਮਝ ਆਉਣ ਲੱਗ ਜਾਵੇ। ਜੀ ਮੈਮ ਕੀ ਲੱਗਦਾ ਵੀ ਕਹਿਣ ਨੂੰ ਤਾਂ ਕਹਿੰਦੇ ਵੀ ਬਰਾਬਰ ਦਾ ਦਰਜਾ, ਕੀ ਲੱਗਦਾ ਵੀ ਵਾਕਈ ਬਰਾਬਰ ਦਾ ਦਰਜਾ? ਜੀ ਬਿਲਕੁਲ ਵੀ ਨਹੀਂ। ਹਾਲੇ ਤੱਕ ਤਾਂ ਕਿਸੇ ਵੀ ਥਾਂ ਤੇ ਬਰਾਬਰੀ ਜੋ ਦਿਸ ਰਹੀ ਹੈ ਉਹ ਟਿਪ ਆਫ ਦੀ ਆਈਸਬਰਗ ਵਾਂਗ ਹੈ। ਸਿਰਫ ਕੁਝ ਕੁ ਨੇ ਔਰਤਾਂ ਜਿਹੜੀਆਂ ਚੋਟੀ ਤੇ ਪਹੁੰਚੀਆਂ ਨੇ,
ਵਰਨਾ ਵੱਡੀ ਗਿਣਤੀ ਅਜਿਹੇ ਨੇ ਜਿਹੜੀਆਂ ਅਜੇ ਆਪਣੇ ਹੱਕਾਂ ਲਈ ਜੂਝ ਰਹੀਆਂ ਨੇ, ਜਿਹੜੀਆਂ ਘਰੇਲੂ ਹਿੰਸਾ ਦਾ ਸ਼ਿਕਾਰ ਵੀ ਹੋ ਰਹੀਆਂ ਨੇ, ਜਿਨ੍ਹਾਂ ਨੂੰ ਧੀ ਜੰਮਣ ਉੱਤੇ ਅਜੇ ਵੀ ਸਮਾਜ ਵੱਲੋਂ ਤਿਰਸਕਾਰ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਵੱਡੀ ਗਿਣਤੀ ਅਜੇ ਵੀ ਅਜਿਹੀਆਂ ਔਰਤਾਂ ਨੇ ਜਿਨ੍ਹਾਂ ਨੂੰ ਪੜ੍ਹਾਈ ਪੂਰੀ ਨਹੀਂ ਕਰਨ ਦਿੱਤੀ ਜਾ ਰਹੀ। ਅਜਿਹੀਆਂ ਵੀ ਬੇਟੀਆਂ ਨੇ ਜਿਹੜੀਆਂ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋ ਕੇ ਛੋਟੀ ਉਮਰੇ ਕੂਚ ਵੀ ਕਰ ਜਾਂਦੀਆਂ ਨੇ। ਸੋ ਬਹੁਤ ਲੰਬੀ ਲੜਾਈ ਹੈ ਤੇ ਜਾਰੀ ਰਹਿਣੀ ਚਾਹੀਦੀ ਹੈ। ਕੀ ਲੱਗਦਾ ਵੀ ਜਿਹੜਾ ਸਮਾਂ ਦੇਖੋ ਰੇਪ ਦੀਆਂ ਘਟਨਾਵਾਂ ਦੀ ਤੁਸੀਂ ਗੱਲ ਕੀਤੀ ਹੈ, ਬਾਕੀ ਜਿਹੜੀ ਰੇਪ ਦੀਆਂ ਘਟਨਾਵਾਂ ਵੱਧ ਰਹੀਆਂ ਨੇ, ਧੀਆਂ ਨੂੰ ਫਿਰ ਵੀ ਮਾੜੀ ਅੱਖ ਨਾਲ ਦੇਖਿਆ ਜਾਂਦਾ ਕਿ ਧੀ ਘਰ ਤੋਂ ਬਾਹਰ ਨਿਕਲਦੀ ਹੈ ਤਾਂ ਮਾਂ-ਬਾਪਾਂ ਵੱਲੋਂ ਕਾਫੀ ਗੱਲਾਂ ਸਮਝਾਏ ਜਾਂਦੇ ਨੇ, ਤੁਸੀਂ ਬਾਹਰ ਜਾ ਰਹੇ ਹੋ ਐਦਾਂ ਨਹੀਂ ਕਰਨਾ। ਇਹ ਗੱਲਾਂ ਮਾਂ-ਬਾਪ ਆਪਣੇ ਪੁੱਤ ਨੂੰ ਕਿਉਂ ਨਹੀਂ ਸਮਝਾਉਂਦੇ? ਜੀ ਸਮਾਂ ਤਾਂ ਇਹੋ ਹੀ ਮੰਗਦਾ ਜੇ ਕਿ ਇਸ ਵੇਲੇ ਤੁਸੀਂ ਜੋ ਆਪਣੇ ਰੋਕ ਧੀ ਦੇ ਉੱਤੇ ਲਾਈਏ ਉਹੀ ਰੋਕ ਪੁੱਤਰ ਉੱਤੇ ਲਾਓ ਤਾਂ ਯਕੀਨਨ ਸਮਾਜ ਉਸੇ ਦਿਨ ਬਦਲ ਸਕੇਗਾ। ਸੋ ਪਹਿਲੀ ਰੋਕ ਅਸੀਂ ਜਾਂ ਪਹਿਲੀ ਸਿੱਖਿਆ ਘਰ ਵਿੱਚੋਂ ਸ਼ੁਰੂ ਕਰਨੀ ਪੈਣੀ ਹੈ। ਦੂਜਾ ਲੈਵਲ ਜਿੱਥੇ ਅਸੀਂ ਸਕੂਲ ਦੇ ਅੰਦਰ ਇਹ ਸਿੱਖਿਆ ਇਸ ਵੇਲੇ ਦੇਣ ਦੀ ਲੋੜ ਹੈ ਕਿ ਕਿਵੇਂ ਤੁਸੀਂ ਨਾਲ ਬੈਠੀ ਆਪਣੇ ਸਾਥਣ ਦੀ ਇੱਜ਼ਤ ਕਰਨੀ ਹੈ, ਉਹਦਾ ਮਾਣ ਕਰਨਾ। ਫਿਰ ਤੀਜਾ ਲੈਵਲ ਹੁੰਦਾ ਜੇ ਕਾਲਜਸ ਵਿੱਚ, ਜਿੱਥੇ ਤੁਸੀਂ ਇਹੀ ਇੱਜ਼ਤ ਮਾਣ ਇੱਕ ਦੂਜੇ ਨੂੰ ਦੇਣੀ ਹੈ। ਫਿਰ ਲੈਵਲ ਇੱਕ ਹੁੰਦਾ ਜੇ ਜਿੱਥੇ ਸਮਾਜ ਆਪਣੀ ਸੋਚ ਤਬਦੀਲ ਕਰੇ। ਫਿਰ ਅਖੀਰ ਵਿੱਚ ਕੰਮ ਆਉਂਦਾ ਜੇ ਕਿ ਸਰਕਾਰਾਂ ਇਹੋ ਜਿਹੀ ਸੋਚ 'ਚ ਤਬਦੀਲੀ ਲਿਆਉਣ ਕਿ ਅਸੀਂ ਜੀ 30% ਦੇਵਾਂਗੇ ਜਾਂ 50% ਰਿਜ਼ਰਵੇਸ਼ਨ ਦੇਵਾਂਗੇ। ਕਿਸ ਕਰਕੇ ਔਰਤ ਕਿਉਂ 100% ਹੀ ਨਹੀਂ ਲੈ ਸਕਦੀ? ਕੀ ਰੋਕ ਹੈ ਉਹਦੇ ਵਿੱਚ? ਸੋ ਹਰ ਲੈਵਲ ਤੇ ਸਾਨੂੰ ਤਬਦੀਲੀ ਲਿਆਉਣੀ ਪੈਣੀ ਹੈ। ਜੀ ਵੈਸੇ ਦੇਖਿਆ ਜਾਵੇ ਤਾਂ ਅੱਜ ਪੜ੍ਹੀ ਲਿਖੀ ਜਨਰੇਸ਼ਨ ਹੈ। ਅੱਜ ਜੇ ਦੇਖਿਆ ਜਾਵੇ ਤਾਂ ਮੁੰਡਿਆਂ ਦੇ ਮੁਕਾਬਲੇ ਜਿਹੜੀਆਂ ਧੀਆਂ ਨੇ ਉਹ ਕਾਫੀ ਉਚਾਈਆਂ ਬੁਲੰਦੀਆਂ ਨੂੰ ਛੂਹ ਰਹੀਆਂ ਨੇ। ਉਹ ਜ਼ਿਆਦਾ ਮਤਲਬ ਕਿ ਫਿਰ ਵੀ ਪਤਾ ਨਹੀਂ ਕਿਉਂ ਨਹੀਂ ਸਮਾਜ ਇੰਨਾ ਪੜ੍ਹਨ ਲਿਖ ਦੇ ਬਾਵਜੂਦ ਵੀ ਜਿਹੜੇ ਧੀਆਂ ਤੇ ਮੁੰਡਿਆਂ ਦੇ ਵਿੱਚ ਫਰਕ ਹੈ ਜਿਹੜਾ ਉਹ ਨਹੀਂ ਮਿਟਾ ਪਾ ਰਹੇ। ਦਰਅਸਲ ਗੱਲ ਇਹ ਹੈ ਕਿ ਸਦੀਆਂ ਦੀ ਜੋ ਸੋਚ ਤੁਰੀ ਆਉਂਦੀ ਸੀ ਕਿ ਔਰਤ ਸੈਕਿੰਡ ਰੇਟ ਸਿਟੀਜ਼ਨ ਹੈ, ਉਹ ਜਾਂਦੇ ਜਾਂਦੇ ਸਮਾਂ ਤਾਂ ਲੱਗੇਗਾ ਹੀ, ਪਰ ਅਖੀਰ ਤਬਦੀਲੀ ਉਦੋਂ ਹੀ ਹੁੰਦੀ ਹੈ ਜਦੋਂ ਕੋਈ ਆਪ ਪਿਸ ਰਿਹਾ ਬੰਦਾ ਖੜਾ ਹੋਵੇ ਆਪਣੇ ਹੱਕਾਂ ਲਈ ਆਵਾਜ਼ ਚੁੱਕੇ। ਸੋ ਅਖੀਰ ਗੱਲ ਉੱਥੇ ਹੀ ਮੁੱਕਣੀ ਜੇ ਕਿ ਔਰਤ ਨੂੰ ਆਪਣੇ ਹੱਕ ਆਪ ਹੀ ਲੈਣੇ ਪੈਣੇ ਨੇ ਲੜ ਕੇ। ਤੇ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕਿ ਬਰਾਬਰੀ ਦਾ ਦਰਜਾ ਨਹੀਂ ਮਿਲਦਾ। ਵੈਸੇ ਲੋਕਾਂ ਦੀ ਸੋਚ ਹੈ ਜੋ ਆਪਣੇ ਧੀਆਂ ਵੱਲ ਜ਼ਿਆਦਾ ਉਹ ਕਰਦੇ ਨੇ, ਪਰ ਇੱਥੇ ਇਹ ਵੀ ਹੈ ਵੀ ਨਾ ਵੀ ਮੁੰਡੇ ਜਾਂਦੇ ਨੇ ਬਾਹਰ ਜਾਂਦੇ ਨੇ ਘੁੰਮਦੇ ਫਿਰਦੇ ਨੇ, ਮੁੰਡੇ ਤਾਂ ਆਪਣੀ ਲਾਈਫ ਨੂੰ ਪੂਰਾ ਇੰਜੋਏ ਕਰਦੇ ਨੇ ਕਿ ਧੀ ਦਾ ਵੀ ਤਾਂ ਦਿਲ ਕਰਦਾ ਵੀ ਉਹ ਵੀ ਇੰਜੋਏ ਕਰੇ। ਜਦ ਕਿ ਅੱਜ ਦੇ ਜੇ ਆਪਾਂ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਨਾਮ ਰੌਸ਼ਨ ਮਾਂ-ਬਾਪਾਂ ਦਾ ਇੱਕ ਧੀ ਹੀ ਕਰਦੀ ਹੈ। ਜੀ ਬਿਲਕੁਲ। ਅਸਲ ਵਿੱਚ ਮੈਂ ਜਿਸ ਨੂੰ ਗਿਣਿਆ ਹੀ ਸੈਕਿੰਡ ਰੇਟ ਸਿਟੀਜ਼ਨ ਜਾ ਰਿਹਾ ਹੋਵੇ ਉਸਦੇ ਇਸ ਤਰ੍ਹਾਂ ਦੇ ਹਾਵ ਭਾਵਾਂ ਦਾ ਜਾਂ ਉਸਦੇ ਜੋ ਮਨਾਂ ਵਿੱਚ ਉਹਦੇ ਉੱਡਦੇ ਨੇ ਅਰਮਾਨ, ਉਹਨਾਂ ਨੂੰ ਤਾਂ ਬਿਲਕੁਲ ਅਣਗੌਲਿਆ ਕੀਤਾ ਗਿਆ। ਸੋ ਇਸੇ ਕਰਕੇ ਲੋੜ ਹੈ ਉਹਨੂੰ ਪਹਿਲਾਂ ਤਾਂ ਇਨਸਾਨ ਗਿਣੇ ਜਾਣ ਦੀ ਕਿ ਹਾਂ ਉਹ ਵੀ ਇੱਕ ਇਨਸਾਨ ਹੈ। ਸੋ ਜਦੋਂ ਅਸੀਂ ਉਹਨੂੰ ਇਨਸਾਨ ਦਾ ਰੁਤਬਾ ਦੇਵਾਂਗੇ ਫਿਰ ਸਮਝ ਸਕਾਂਗੇ ਕਿ ਉਹਦੇ ਮਨ ਵਿੱਚ ਕੀ ਵਲਵਲੇ ਉੱਠਦੇ ਨੇ, ਉਹ ਕੀ ਚਾਹੁੰਦੀ ਹੈ। ਉਹ ਵੀ ਉੱਚੀ ਉਡਾਰੀ ਮਾਰਨਾ ਚਾਹੁੰਦੀ ਹੈ। ਸੋ ਉਸਨੂੰ ਵੀ ਹੱਕ ਹੈ ਮੈਂ ਕੀ ਖਾਣਾ ਹੈ, ਕਿੱਥੇ ਜਾ ਕੇ ਖਾਣਾ ਹੈ। ਮੈਂ ਵੀ ਬਾਹਰ ਖਿੜਖਿੜਾ ਕੇ ਹੱਸਣਾ ਚਾਹੁੰਦੀ ਹਾਂ ਜਾਂ ਮੈਂ ਭੱਜ ਕੇ ਦੁਨੀਆ ਦੇ ਵਿੱਚ ਨਾਮ ਕਮਾਉਣਾ ਚਾਹੁੰਦੀ ਹਾਂ। ਸੋ ਉੱਚੀ ਉਡਾਰੀ ਮਾਰਨ ਦੀ ਖੁੱਲ੍ਹ ਧੀਆਂ ਨੂੰ ਵੀ ਜ਼ਰੂਰ ਮਿਲਣੀ ਚਾਹੀਦੀ ਹੈ। ਜੀ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਬੇਸ਼ੱਕ ਕਹੀ ਜਾਂਦੇ ਨੇ ਵੀ ਧੀਆਂ ਨੂੰ ਬਰਾਬਰ ਦਾ ਦਰਜਾ, ਪਰ ਅੱਜ ਵੀ ਧੀਆਂ ਜਿਹੜੀਆਂ ਕੁੱਖਾਂ ਦੇ ਵਿੱਚ ਕਤਲ ਕਰਵਾਈਆਂ ਜਾਂਦੀਆਂ ਨੇ। ਕਿਉਂ ਲੋਕਾਂ ਦੀ ਜਿਹੜੀ ਇਹ ਮਾਨਸਿਕਤਾ ਹੈ, ਕਿਉਂ ਨਹੀਂ ਲੋਕਾਂ 'ਚ ਬਦਲਾਵ ਆਉਂਦਾ? ਕਿਉਂ ਧੀ ਨੂੰ ਇੰਨਾ ਨਕਾਰਿਆ ਜਾਂਦਾ ਹੈ ਕਿ ਜੋ ਪੁਰਾਣੇ ਜ਼ਮਾਨੇ ਦੇ ਵਿੱਚ ਪਹਿਲਾਂ ਚੱਲਦਾ ਸੀ ਉਹੀ ਚੀਜ਼ ਅੱਜ ਵੀ ਜਿਹੜੀ ਧੀ ਨੂੰ ਮਤਲਬ ਕਿ ਕੁੱਖ ਦੇ ਵਿੱਚ ਹੀ ਮਰਵਾਇਆ ਜਾਂਦਾ? ਦੇਖੋ ਪਹਿਲੀ ਚੀਜ਼ ਤਾਂ ਇਹ ਹੈ ਕਿ ਔਰਤਾਂ ਇਸ ਧਰਤੀ ਤੋਂ ਖਤਮ ਨਹੀਂ ਹੋਈਆਂ। ਦਾ ਮਤਲਬ ਇਹ ਬਹੁਤ ਵੱਡੀ ਗਿਣਤੀ ਹੈ ਜਿਹੜੇ ਅੱਜ ਵੀ ਪਿਓ ਉਹ ਭਰਾ ਜਾਂ ਪੁੱਤਰ ਐਸੇ ਨੇ ਜਿਹੜੇ ਔਰਤ ਜ਼ਾਤ ਦੀ ਕਦਰ ਕਰਨਾ ਜਾਣਦੇ ਨੇ। ਪਹਿਲਾਂ ਵੀ ਸਨ, ਪਰ ਉਹ ਥੋੜ੍ਹੀ ਗਿਣਤੀ ਜਿਹੜੇ ਅਜਿਹੇ ਪਾਸੇ ਤੁਰੇ ਨੇ, ਕੁਕਰਮ ਕਰ ਰਹੇ ਨੇ। ਗੱਲ ਸਿਰਫ ਇਹ ਹੈ ਕਿ ਚੰਗੇ ਲੋਕ ਚੁੱਪ ਬੈਠੇ ਨੇ। ਲੋੜੇ ਆਪਣੇ ਇਹ ਚੰਗੇ ਲੋਕ ਜਿਸ ਦਿਨ ਚੁੱਪ ਆਪਣੀ ਤੋੜ ਗਏ, ਬੋਲਣਾ ਸ਼ੁਰੂ ਹੋਏ, ਤਾਂ ਇਹ ਥੋੜ੍ਹੀ ਗਿਣਤੀ ਜੋ ਬਦਨਾਮ ਕਰ ਰਹੇ ਨੇ ਸਾਰੇ ਸਮਾਜ ਨੂੰ, ਇਹ ਜ਼ਰੂਰ ਉਸ ਦਿਨ ਬੰਦ ਹੋ ਜਾਣਗੇ। ਜਦ ਤੱਕ ਅਸੀਂ ਚੁੱਪ ਹਾਂ ਇਹ ਜੁਰਮ ਦੇਖਦੇ ਹੋਏ, ਇਹ ਜੁਰਮ ਦੇ ਕਦੇ ਵੀ ਠੱਲ ਨਹੀਂ ਪਾਈ ਜਾ ਸਕਦੀ। ਸੋ ਅੱਜ ਲੋੜ ਹੈ ਕਿ ਉਹੀ ਪਿਓ ਜੋ ਫਖਰ ਮਹਿਸੂਸ ਕਰਦੇ ਨੇ ਮੇਰੀ ਇੱਕੋ ਧੀ ਹੈ, ਮੈਂ ਮੁੰਡਾ ਚਾਹੁੰਦਾ ਹੀ ਨਹੀਂ, ਪਰ ਉਹ ਆਪਣੇ ਘਰ ਤੱਕ ਇਹ ਸੋਚ ਸੀਮਤ ਰੱਖ ਰਹੇ ਨੇ। ਇਸੇ ਤਰ੍ਹਾਂ ਬਹੁਤ ਸਾਰੇ ਭਰਾ ਨੇ ਜੋ ਮਾਣ ਕਰਦੇ ਨੇ ਕਿ ਸਾਡੀ ਭੈਣ
ਅਗਾਂਹ ਲੰਘ ਰਹੀ ਹੈ। ਇੰਝ ਹੀ ਬਹੁਤ ਪੁੱਤਰ ਨੇ ਜਿਹੜੇ ਮਾਵਾਂ ਤੇ ਫਖਰ ਕਰਦੇ ਨੇ ਕਿ ਮੇਰੀ ਮਾਂ ਨੇ ਇਹ ਚੀਜ਼ ਅਚੀਵ ਕੀਤੀ, ਪਰ ਉਹ ਆਪਣੇ ਤੱਕ ਸੀਮਤ ਨੇ। ਕਾਸ਼ ਕਿ ਉਹ ਚੁੱਪ ਤੋੜਨ, ਤੇ ਜਿਹੜੇ ਔਰਤ ਨੂੰ ਬਹੁਤ ਨੀਵਾਂ ਝਾਕਦੇ ਨੇ ਉਹਨਾਂ ਲਈ ਉਹਨਾਂ ਦੇ ਖਿਲਾਫ ਯਾਨੀ ਇੱਕ ਜੰਗ ਵਿੱਢ ਦੇਣ, ਤਾਂ ਯਕੀਨਨ ਉਸੇ ਦਿਨ ਤਬਦੀਲੀ ਸ਼ੁਰੂ ਹੋ ਸਕਦੀ ਹੈ। ਸੋ ਚੁੱਪੀ ਤੋੜਨ ਦੀ ਲੋੜ ਹੈ, ਤਾਂ ਉਸ ਦਿਨ ਸਹੀ ਮਾਇਨਿਆਂ ਵਿੱਚ ਲੋਹੜੀ ਕੁੜੀਆਂ ਦੀ ਵੀ ਹੋ ਜਾਏਗੀ। ਵੈਸੇ ਅੱਜ ਦੇ ਜ਼ਮਾਨੇ ਦੇ ਵਿੱਚ ਵੀ ਜਿਹੜੀ ਕੁੜੀਆਂ ਦੀ ਲੋਹੜੀ ਜਿਹੜੀ ਮਨਾਉਣ ਦੀ ਜਿਹੜੀ ਰੀਤ ਸ਼ੁਰੂ ਹੋ ਚੁੱਕੀ ਹੈ। ਕਾਫੀ ਲੋਕ ਨੇ ਜਿਹੜੇ ਵੀ ਧੀਆਂ ਦੀ ਲੋਹੜੀ ਮਨਾਉਂਦੇ ਨੇ। ਕੀ ਲੱਗਦਾ ਵੀ ਜੇ ਉਹਨਾਂ ਦੀ ਪਹਿਲ ਕਦਮੀ ਦੇ ਨਾਲ ਕਿ ਜਿਹੜਾ ਸਾਡਾ ਸਮਾਜ ਆ ਉਹ ਸੁਧਰੇਗਾ, ਕਿ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਵਾਕਈ ਜੇ ਉਹ ਧੀ ਦੀ ਲੋਹੜੀ ਮਨਾ ਸਕਦਾ ਤਾਂ ਸਾਡੇ ਘਰ ਧੀ ਹੋਈ ਆ, ਸਾਨੂੰ ਵੀ ਖੁਸ਼ੀ ਮਨਾਉਣੀ ਚਾਹੀਦੀ ਹੈ? ਜੀ ਦੇਖੋ, ਜ਼ਿੰਦਗੀ ਜਿਹੜੀ ਖੜੋਤ ਦਾ ਨਾਂ ਨਹੀਂ ਹੁੰਦਾ, ਇਹ ਤੁਰਦੀ ਏ। ਸਮਾਂ ਤਬਦੀਲ ਹੁੰਦਾ ਹੈ, ਜਿਵੇਂ ਜਿਵੇਂ ਅਸੀਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੁੰਦੇ ਹਾਂ, ਜਿਵੇਂ ਜਿਵੇਂ ਸਮਾਜ ਵਿੱਚ ਤਬਦੀਲੀ ਆਉਂਦੀ ਹੈ ਸਮੇਂ ਦੇ ਨਾਲ, ਇਹਨਾਂ ਚੀਜ਼ਾਂ 'ਚ ਵੀ ਫਰਕ ਪੈਂਦਾ। ਵੇਖੋ, ਪਹਿਲਾਂ ਵੀ ਸਾਡੇ ਇਸ ਵੇਲੇ 3 ਜਾਂ 4 ਅਜਿਹੇ ਸਮੇਂ ਆਏ ਸੀ ਜਦੋਂ ਇੰਨੀ ਧੀਆਂ ਦੀ ਗਿਣਤੀ ਘਟ ਗਈ ਸੀ, ਮਾਰ ਦਿੱਤੀਆਂ ਗਈਆਂ ਸੀ ਕਿ ਧੀਆਂ ਵਿਕਣੀਆਂ ਸ਼ੁਰੂ ਹੋ ਗਈਆਂ ਸਨ। ਉਦੋਂ ਲੋਕਾਂ ਨੂੰ ਇਹ ਸਮਝ ਆਈ ਕਿ ਧੀਆਂ ਚਾਹੀਦੀਆਂ ਨੇ, ਸੋ ਧੀਆਂ ਦੀ ਗਿਣਤੀ ਬਹੁਤ ਵਧੀ, ਫਿਰ ਦੁਬਾਰਾ ਫਿਰ ਡਿੱਗੀ, ਫਿਰ ਵਧੀ, ਇਸ ਤਰ੍ਹਾਂ 4 ਵਾਰ ਹੋ ਚੁੱਕਾ। ਸੋ ਤਬਦੀਲੀ ਤਾਂ ਆਉਂਦੀ ਹੈ। ਹੁਣ ਦੀ ਤਬਦੀਲੀ ਕੁਝ ਵੱਖ ਕਿਸਮ ਦੀ ਹੈ, ਜਿੱਥੇ ਧੀਆਂ ਸਾਡੀਆਂ ਪੜ੍ਹ ਲਿਖ ਕੇ ਕਾਫੀ ਅਗਾਂਹ ਗਈਆਂ ਨੇ, ਪਰ ਦੂਜੇ ਪਾਸੇ ਅਸੀਂ ਭੁੱਲ ਰਹੇ ਹਾਂ ਕਿ 50% ਤੋਂ ਉੱਪਰ ਅਜਿਹੇ ਟੱਬਰ ਨੇ ਜਿਹੜੇ ਅੱਜ ਵੀ ਧੀਆਂ ਨੂੰ ਖੁੱਲ੍ਹ ਨਹੀਂ ਦੇ ਰਹੇ। ਉਹ ਅੱਜ ਵੀ ਬਾਲ ਵਿਆਹ ਦੇ ਵਿੱਚ ਵੀ ਜਾ ਰਹੀਆਂ ਨੇ, ਅੱਜ ਵੀ ਆਪੋ ਆਪਣੇ ਘਰਾਂ ਵਿੱਚ ਚਾਚੇ ਤਾਇਆਂ ਹੱਥੋਂ ਸਰੀਰਕ ਸ਼ੋਸ਼ਣ ਸਹਿ ਰਹੀਆਂ ਨੇ। ਅੱਜ ਵੀ ਅਜਿਹੀਆਂ ਨੇ ਜਿਹੜੀਆਂ ਬਹੁਤ ਵੱਡੀ ਗਿਣਤੀ ਵਿੱਚ ਇਸ ਸਾਰੇ ਜ਼ੁਲਮ ਨੂੰ ਸਹਿੰਦਿਆਂ ਚੁੱਪ ਨੇ। ਜੀ, ਇਹ ਸਿਰਫ ਗਰੀਬ ਘਰਾਂ ਵਿੱਚ ਨਹੀਂ ਹੈ, ਇਹ ਬਹੁਤ ਸਾਰੇ ਅਮੀਰ ਘਰਾਂ ਵਿੱਚ ਵੀ ਅਜਿਹਾ ਦੇਖਣ ਨੂੰ ਆਇਆ, ਜਿੱਥੇ ਉਹ ਖਾਨਦਾਨੀ ਇੱਜ਼ਤ ਦੇ ਨਾਲ, ਜਿਹਨੂੰ ਮੈਂ ਅਖੌਤੀ ਇੱਜ਼ਤ ਕਹਿੰਦੀ ਹਾਂ, ਕਿ ਉਹ ਬਲਾਤਕਾਰ ਵੀ ਕਰਦੇ ਨੇ, ਸਰੀਰਕ ਸ਼ੋਸ਼ਣ ਕਰਨ ਬਾਅਦ ਉਹਦਾ ਸੰਗ ਵੀ ਘੁੱਟਦੇ ਨੇ, ਬੋਲਣ ਵੀ ਨਹੀਂ ਦਿੰਦੇ। ਸੋ ਇਹੋ ਜਿਹੀ ਘੁੱਟ ਕੇ ਜ਼ਿੰਦਗੀ ਜੀਣ ਨਾਲੋਂ ਸਮਝਦੀਆਂ ਨੇ ਮਰ ਜਾਣਾ ਬਿਹਤਰ ਹੈ। ਪਰ ਗੱਲ ਇਹ ਵੀ ਹੈ ਕਿ ਜਿਹੜੀਆਂ ਅਜਿਹੀਆਂ ਸ਼ਿਕਾਰ ਹੋਈਆਂ ਸਾਡੀਆਂ ਬੱਚੀਆਂ ਜਦੋਂ ਪਹੁੰਚਦੀਆਂ ਨੇ ਕਾਨੂੰਨ ਦੀ ਮਦਦ ਲੈਣ ਵਾਸਤੇ, ਜਿਸ ਤਰ੍ਹਾਂ ਦੀ ਜ਼ਲਾਲਤ ਉੱਥੇ ਸਹਿੰਦੀਆਂ ਨੇ, ਉਹ ਵੀ ਉਹਨਾਂ ਨੂੰ ਜਦ ਤੱਕ ਘੱਟ ਨਹੀਂ ਕਹਿ ਸਕਦੇ, ਕਿਉਂਕਿ ਸਵਾਲ ਅਜਿਹੇ ਕੀਤੇ ਜਾਂਦੇ ਨੇ ਕਿ ਇੱਕ ਤਾਂ ਪਹਿਲਾਂ ਹੀ ਉਹ ਆਪਣੇ ਇਸ ਦਰਦ ਨੂੰ ਆਪਣੇ ਸਰੀਰ ਤੇ ਹੰਢਾ ਚੁੱਕੇ ਹੁੰਦੇ ਨੇ, ਤੇ ਜਦੋਂ ਫਿਰ ਉਹ ਇਨਸਾਫ ਲੈਣ ਦੇ ਲਈ ਥਾਣੇ ਕਚਹਿਰੀਆਂ 'ਚ ਜਾਂਦੇ ਨੇ, ਜਿੱਥੋਂ ਉਹਨਾਂ ਨੂੰ ਉਮੀਦ ਹੁੰਦੀ ਹੈ ਵੀ ਸਾਨੂੰ ਇਨਸਾਫ ਮਿਲੇਗਾ, ਪਰ ਜਿੱਥੋਂ ਮੁੜ ਤੋਂ ਉੱਥੋਂ ਉਹਨਾਂ ਨੂੰ ਅਜਿਹੇ ਸਵਾਲ ਕੀਤੇ ਜਾਂਦੇ ਜੋ ਉਸ ਦੇ ਨਾਲ ਬੀਤਿਆ ਜਾਂਦਾ, ਤਾਂ ਉਹ ਇੱਕ ਦੂਸਰੇ ਰੇਪ ਨਾਲੋਂ ਘੱਟ ਨਹੀਂ ਮੰਨਿਆ ਜਾਂਦਾ। ਬਿਲਕੁਲ, ਤੇ ਬਹੁਤ ਵੱਡੀ ਗਿਣਤੀ ਨੇ। ਦੇਖੋ, ਜਦੋਂ ਸਾਨੂੰ ਅੰਕੜੇ ਦੱਸਣ ਕਿ ਸਿਰਫ 1% ਨੂੰ ਸਜ਼ਾ ਹੁੰਦੀ ਜੇ, ਦਾ ਮਤਲਬ ਸਮਝ ਸਕਦੇ ਹਾਂ ਕਿ ਬਾਕੀ ਬੇਲ ਤੇ ਬਾਹਰ ਵੀ ਨਿਕਲਦੇ ਨੇ। ਦੂਸਰੀ ਕੇਸ ਇਹ ਵੀ ਆ ਚੁੱਕੀਆਂ ਖਬਰਾਂ ਕਿ ਦੂਜੀ ਤੀਜੀ ਵਾਰ ਬਲਾਤਕਾਰ ਫਿਰ ਕਰਦੇ ਨੇ, ਫਿਰ ਉਹਨੂੰ ਸਾੜ ਵੀ ਦਿੰਦੇ ਨੇ, ਫਿਰ ਧਮਕੀਆਂ ਉਹਦੇ ਟੱਬਰ ਨੂੰ ਮਿਲਦੀਆਂ ਨੇ। ਯਾਨੀ ਹਾਲ ਅਸੀਂ ਅਜਿਹਾ ਕਰ ਛੱਡਿਆ ਕਿ ਜਿੱਥੇ ਉਹਨੂੰ ਅਸੀਂ ਜੀਣ ਜੋਗਾ ਛੱਡਦੇ ਹੀ ਨਹੀਂ। ਮਜਬੂਰੀ ਵਾਸੋਂ ਜਾਂ ਤਾਂ ਖੁਦਕੁਸ਼ੀ ਕਰ ਜਾਂਦੀ ਹੈ ਜਾਂ ਫਿਰ ਪਾਗਲ ਤੱਕ ਹੋ ਜਾਂਦੀ ਹੈ। ਸੋ ਇਹ ਹਾਲ ਅਸੀਂ ਕਰ ਰੱਖਿਆ, ਪਰ ਗੱਲ ਫਿਰ ਵੀ ਉਦੋਂ ਹੀ ਨਿਬੜਨੀ ਹੈ ਜਦੋਂ ਚੰਗੇ ਲੋਕਾਂ ਨੇ ਆਪਣੀ ਚੁੱਪ ਤੋੜੀ ਤੇ ਇਹਨਾਂ ਦੇ ਵਿਰੁੱਧ ਆਵਾਜ਼ ਚੁੱਕੀ, ਉਦੋਂ ਹੀ ਤਬਦੀਲੀ ਆਏਗੀ। ਜੀ, ਜੇ ਗੱਲ ਕੀਤੀ ਜਾਵੇ ਇਹਨਾਂ ਜਿਹੜੀ ਮਾਨਸਿਕ ਜਿਹੜੀ ਲੋਕਾਂ ਦੀ ਸੋਚ ਹੈ ਉਹ ਕਿੱਦਾਂ ਬਦਲ ਸਕਦੀ ਹੈ, ਕਿੱਦਾਂ ਉਹਨਾਂ ਦਾ ਧੀ ਤੇ ਜਿਹੜੇ ਲੜਕੇ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਫਰਕ ਰੱਖਿਆ ਜਾਂਦਾ, ਕਿਵੇਂ ਦੂਰ ਹੋ ਸਕਦਾ? ਜਿਵੇਂ ਮੈਂ ਵਾਰ-ਵਾਰ ਕਹਿ ਰਹੀ ਹਾਂ ਕਿ ਗੱਲ ਇਹ ਹੈ, ਬਹੁਤ ਸਾਰੇ ਟੱਬਰ ਅਜਿਹੇ ਨੇ ਜਿਹੜੇ ਫਖਰ ਕਰਦੇ ਨੇ, ਜਿਨ੍ਹਾਂ ਦੇ ਘਰ ਇਕੱਲੀ ਧੀ ਵੀ ਹੈ ਤੇ ਉਹ ਪੁੱਤਰ ਦੀ ਚਾਹ ਨਹੀਂ ਰੱਖ ਰਹੇ। ਉਹਨਾਂ ਨੂੰ ਐਗਜ਼ਾਮਪਲ ਸੈੱਟ ਕਰਨਾ ਚਾਹੀਦਾ ਪਹਿਲਾਂ ਤਾਂ, ਕਿ ਦੇਖੋ ਮੈਂ ਖੁਸ਼ ਹਾਂ, ਮੈਨੂੰ ਕਿਸੇ ਕਿਸਮ ਦੀ ਘਾਟ ਨਹੀਂ। ਦੂਜੀ ਗੱਲ, ਜੇ ਇੰਨੀ ਕੁ ਸਾਨੂੰ ਸਮਝ ਆ ਜਾਏ ਕਿ ਨਾਮ ਲੈਵੇ ਸਿਰਫ ਪੁੱਤਰ ਹੀ ਨਹੀਂ ਹੁੰਦੇ, ਤੇ ਜੇ ਪੁੱਤਰ ਹੋਣ ਵੀ ਤਾਂ ਵੀ ਕਿੰਨੇ ਕੁ ਟੱਬਰ ਨੇ ਜਿਹੜੇ ਖਤਮ ਹੋ ਗਏ, ਜਿਨ੍ਹਾਂ ਦਾ ਨਾਮੋ ਨਿਸ਼ਾਨ ਨਹੀਂ। ਅੱਜ ਦੇ ਦਿਨ ਵੀ ਕਿਸੇ ਨੂੰ ਪੁੱਛੋ ਤੁਹਾਡਾ ਲੱਕੜ ਦਾਦਾ ਕੌਣ ਸੀ, ਮੈਨੂੰ ਲੱਗਦਾ ਕੋਈ 0.1% ਹੋਣਗੇ ਜਿਹੜੇ ਦੱਸ ਸਕਣ। ਦੂਜੀ ਗੱਲ, ਆਪਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰ ਰਹੇ ਹਾਂ ਤਾਂ ਉਹਨਾਂ ਦੇ ਆਪਣੇ ਕੰਮਾਂ ਕਰਕੇ ਕਰਦੇ ਹਾਂ। ਬਿਲਕੁਲ ਇਸੇ ਤਰ੍ਹਾਂ ਜੇ ਅਸੀਂ ਕਿਸੇ ਗੁਰੂ ਦਾ ਨਾਮ ਲੈਂਦੇ ਹਾਂ, ਕਿਸੇ ਪੀਰ ਦਾ, ਕਿਸੇ ਪੈਗੰਬਰ ਦਾ, ਜਾਂ ਜਿਸ ਦਾ ਵੀ, ਤਾਂ ਉਹ ਸਾਰਿਆਂ ਦੇ ਆਪਣੇ ਕਰਮਾਂ ਕਰਕੇ ਅਸੀਂ ਯਾਦ ਕਰਦੇ ਹਾਂ, ਨਾ ਕਿ ਉਹਨਾਂ ਦੇ ਦਾਦੇ ਕੌਣ ਸੀ, ਉਹਨਾਂ ਦੇ ਪੁੱਤਰ ਜਾਂ ਪੋਤਰੇ ਕੌਣ ਸੀ। ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ। ਜਦੋਂ ਇਹ ਸਮਝ ਆ ਜਾਏ ਕਿ ਪੁੱਤਰਾਂ ਨੇ ਸਾਡਾ ਨਾਮ ਲੇਵਾ ਨਹੀਂ ਬਣਨਾ, ਜੋ ਅਸੀਂ ਕਾਰਜ ਕੀਤੇ ਨੇ ਉਹ ਸਾਡਾ ਨਾਮ ਅਗਾਂਹ ਤੋਰ ਸਕਦੇ ਨੇ, ਤਾਂ ਇਹ ਸੋਚ ਮਿਟ ਸਕਦੀ ਹੈ। ਤੀਸਰੀ ਚੀਜ਼,
ਕਿ ਜਦੋਂ ਤੱਕ ਅਸੀਂ ਇਹ ਸਮਾਜਿਕ ਬਣਾਏ ਕਾਨੂੰਨ ਸਾਡੇ ਹੀ ਬਣਾਏ ਹੋਏ ਕਿ ਧੀ ਦੇ ਘਰ ਦਾ ਪਾਣੀ ਨਹੀਂ ਪੀਣਾ, ਧੀ ਦੇ ਘਰ ਅਸੀਂ ਰੁਕ ਨਹੀਂ ਸਕਦੇ, ਇਹ ਸੋਚ ਨੂੰ ਹੁਣ ਖਤਮ ਕਰਨਾ ਪੈਣਾ ਕਿ ਜੇ ਬਜ਼ੁਰਗ ਹੋਏ ਨੇ ਮਾਪੇ ਤਾਂ ਭਾਵੇਂ ਪਤੀ ਦੇ ਨੇ ਭਾਵੇਂ ਪਤਨੀ ਦੇ ਨੇ, ਉਹ ਇਕੱਠੇ ਰਹਿ ਸਕਦੇ ਨੇ। ਮੈਂ ਇਹੋ ਜਿਹੇ ਐਗਜ਼ਾਮਪਲਸ ਕਈ ਦੇਖੇ ਨੇ। ਤਾਂ ਇਹ ਚੰਗੇ ਪਾਸੇ ਨੂੰ ਮੋੜ ਪਿਆ ਕਿ ਇਹ ਵਿਤਕਰਾ ਕਿਉਂ, ਯਾਨੀ ਜੇ ਦੋਨੋਂ ਪਾਸੇ 'ਚ ਕਿਸੇ ਨੂੰ ਵੀ ਲੋੜ ਹੈ ਤਾਂ ਉਹ ਇਕੱਠੇ ਰਹਿ ਸਕਦੇ ਨੇ। ਇੱਕ ਸਾਂਝ ਦਾ ਇਹ ਯਾਨੀ ਜੇ ਅਸੀਂ ਇਹ ਸੋਚਦੇ ਹਾਂ ਕਿ ਵਿਆਹ ਇੱਕ ਮਾਈ ਖਰੀਦ ਲਿਆ ਆ ਘਰ ਦੇ ਕੰਮ ਕਰਨ ਵਾਲੀ, ਤਾਂ ਉਹ ਗਲਤ ਹੈ। ਜੇ ਅਸੀਂ ਸੋਚਾਂਗੇ ਕਿ ਦੋ ਮਨਾਂ ਦਾ ਇਹ ਮਿਲਾਪ ਹੈ ਤੇ ਜਿੱਥੇ ਦੋ ਟੱਬਰਾਂ ਦੀ ਸਾਂਝ ਹੈ, ਤਾਂ ਉਹ ਜਿੱਥੇ ਰਿਸ਼ਤਾ ਮਜ਼ਬੂਤ ਹੁੰਦਾ ਉੱਥੇ ਇੱਕ ਦੂਜੇ ਪ੍ਰਤੀ ਇੱਜ਼ਤ ਦੀ ਭਾਵਨਾ ਹੁੰਦੀ ਹੈ। ਉੱਥੇ ਬ੍ਰੇਕਡਾਊਨਸ ਜਿਹੜੇ ਫੈਮਿਲੀ ਦੇ ਘੱਟ ਹੁੰਦੇ ਨੇ ਤੇ ਉੱਥੇ ਇੱਜ਼ਤ ਵੀ ਬਰਾਬਰ ਹੋਏਗੀ। ਅਜਿਹੇ ਘਰਾਂ ਵਿੱਚ ਜਿੱਥੇ ਦੋਨੋਂ ਪਾਸਿਆਂ ਦੇ ਮਾਪੇ ਵੀ ਇੱਜ਼ਤ ਨਾਲ ਰਹਿ ਸਕਦੇ ਹੋਣ, ਸਹੀ ਮਾਇਨਿਆਂ ਵਿੱਚ ਉਹੀ ਅਸਲੀ ਰਿਸ਼ਤਾ ਹੁੰਦਾ ਹੈ। ਜੀ ਜੀ, ਪੜ੍ਹੀ ਲਿਖੀ ਦੁਨੀਆ, ਅੱਜ ਦੀ ਜਨਰੇਸ਼ਨ ਕਾਫੀ ਪੜ੍ਹੀ ਲਿਖੀ ਹੈ, ਕਾਫੀ ਹੱਦ ਤੱਕ ਨੌਲੇਜ ਵੀ ਆ, ਪਰ ਗੱਲ ਫਿਰ ਉੱਥੇ ਆ ਜਾਂਦੀ ਹੈ, ਫਰਕ ਫਿਰ ਵੀ ਰੱਖਿਆ ਜਾਂਦਾ। ਕਹਿੰਦੇ ਨੇ ਵੀ ਪੜਾਂਗੇ, ਪੜ੍ਹ ਲਿਖ ਕੇ ਬੰਦੇ ਦੀ ਸੋਚ ਬਦਲ ਜਾਂਦੀ ਹੈ, ਤੇ ਪਰ ਧੀਆਂ ਪ੍ਰਤੀ ਸੋਚ ਕਿਉਂ ਨਹੀਂ ਬਦਲਦੀ? ਕਿਉਂ ਵੀ ਅੱਜ ਵੀ ਇੰਨਾ ਪੜ੍ਹ ਲਿਖਣ ਦੇ ਬਾਵਜੂਦ ਵੀ ਅੱਜ ਵੀ ਧੀਆਂ ਪ੍ਰਤੀ ਜਿਹੜੀ ਸੋਚ ਹੈ ਉਹਨਾਂ ਦੀ ਉੱਥੇ ਹੀ ਲੈਵਲ ਕਰਦੀ ਹੈ। ਦੇਖੋ ਨਾ, ਅਸੀਂ ਸਿੱਖਿਆ ਕੀ ਦਿੰਨੇ ਆ ਘਰ ਵਿੱਚ? ਮਾਂ ਹੀ ਕਹਿ ਦੇਗੀ ਪੁੱਤਰ ਤੂੰ ਬੈਠ, ਧੀ ਗਲਾਸ ਲਿਆ ਕੇ ਪਾਣੀ ਦੇਗੀ, ਤੇਰੇ ਭਾਂਡੇ ਵੀ ਲੈ ਜਾਏਗੀ। ਜਿਸ ਦਿਨ ਮਾਵਾਂ ਇਹ ਸ਼ੁਰੂ ਕਰਨਗੀਆਂ ਕਿ ਕਾਕਾ ਤੂੰ ਚੱਲ, ਤੂੰ ਵੀ ਰਸੋਈ ਵਿੱਚ ਕੰਮ ਕਰਨਾ, ਸੋ ਰਸੋਈ ਵਿੱਚ ਤੂੰ ਨਾਲ ਹੀ ਖੜਾ ਹੋਏਗਾ, ਉੱਥੇ ਕੰਮ ਕਰੇਗਾ, ਤਾਂ ਉਹ ਭਾਂਡੇ ਵੀ ਆਪਣੇ ਲਿਜਾਏਗਾ, ਪਾਣੀ ਲਿਆ ਕੇ ਸਾਰਿਆਂ ਨੂੰ ਪਿਆਏਗਾ। ਸੋ ਜਦੋਂ ਇਹ ਤੁਸੀਂ ਕੰਮਕਾਰਾਂ ਦਾ ਅਸੀਂ ਇਹ ਸ਼ੁਰੂ ਕਰ ਦਿੰਦੇ ਹਾਂ ਕਿ ਤੂੰ ਰੋਟੀ ਬਣਾਉਣੀ ਹੈ, ਤੂੰ ਬਾਹਰ ਕੰਮ ਕਰਨਾ, ਇਹ ਸੋਚ ਛੱਡਣੀ ਪੈਣੀ ਹੈ। ਭਾਈ ਦੋਨੋਂ ਬਾਹਰ ਕੰਮ ਜਾ ਸਕਦੇ ਹੋ ਤੇ ਦੋਨੋਂ ਰਸੋਈ ਵਿੱਚ ਸਾਂਝੇ ਤੌਰ ਤੇ ਕੰਮ ਵੀ ਕਰ ਸਕਦੇ ਹੋ। ਸੋ ਜਦੋਂ ਅਸੀਂ ਇਹ ਵਿਤਕਰਾ ਛੋਟੇ ਹੋਣ ਤੋਂ ਮਿਟਾ ਦਿਆਂਗੇ, ਉਸੇ ਦਿਨ ਇਹ ਤਬਦੀਲੀ ਸ਼ੁਰੂ ਹੋ ਜਾਏਗੀ ਕਿ ਤੇਰਾ ਤੇ ਮੇਰਾ ਕੰਮ ਵੰਡਿਆ ਨਹੀਂ, ਤੇਰਾ ਤੇ ਮੇਰਾ ਕੰਮ ਸਾਂਝਾ ਹੈ। ਜੀ ਜੀ। ਤੇ ਧੀਆਂ ਨੂੰ ਜੇ ਆਪਾਂ ਕਹੀਏ ਵੀ ਸਮਾਜਿਕ ਤੌਰ ਤੇ ਦਰਜਾ ਕਦੋਂ ਬਰਾਬਰ ਮਿਲੂਗਾ? ਕਹਿਣ 'ਚ ਤਾਂ ਸਾਰੇ ਕਹਿ ਦਿੰਦੇ ਨੇ ਵੀ ਹਾਂ ਜੀ ਧੀਆਂ ਤੇ ਜਿਹੜੇ ਮੁੰਡੇ ਨੇ ਉਹ ਬਰਾਬਰ ਨੇ, ਪਰ ਅਸਲ ਦੇ ਵਿੱਚ ਬਰਾਬਰ ਦਰਜਾ ਕਦੋਂ ਮਿਲੂਗਾ? ਅਸੀਂ ਗੱਲ ਕਰਦੇ ਹਾਂ, ਅਸੀਂ ਕਿਸੇ ਕੋਲ ਜਾ ਕੇ ਕਹਾਂਗੇ ਹਾਂਜੀ ਅਸੀਂ ਬਹੁਤ ਵਧੀਆ ਜੀ, ਹਾਂਜੀ ਅਸੀਂ ਧੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਰੱਖਦੇ, ਗੱਲ ਕਰਦੇ ਨੇ। ਇੱਥੇ ਆਪਾਂ ਗੱਲ ਆਉਂਦੇ ਕਿਸ ਦੇ ਘਰ ਮੁੰਡਾ ਹੋ ਜਾਂਦਾ ਤਾਂ ਉਹ ਅਗਲਾ ਬੱਚਾ ਨਹੀਂ ਕਰਦੇ, ਜੇ ਕੁੜੀ ਹੋਏਗੀ ਤਾਂ ਉਹ ਅਗਲਾ ਬੱਚਾ ਕਰਨਗੇ ਵੀ ਹਾਂ ਵੀ ਸ਼ਾਇਦ ਮੁੰਡਾ ਹੋਵੇਗਾ। ਜੀ ਦੇਖੋ ਨਾ, ਅਸੀਂ ਜਿਵੇਂ ਵਾਰ-ਵਾਰ ਉਹੀ ਗੱਲ ਤੇ ਮੁੜ ਘਿੜ ਕੇ ਆਈ ਜਾ ਰਹੇ ਹਾਂ ਕਿ ਅਸੀਂ ਸੋਚ ਆਪਣੇ ਘਰਾਂ 'ਚੋਂ ਤਬਦੀਲ ਕਰਨੀ ਸ਼ੁਰੂ ਕਰਨੀ ਹੈ। ਪਹਿਲਾਂ ਤਾਂ ਅਸੀਂ ਆਪਣਾ ਮਨਾਂ ਦੇ ਵਿੱਚੋਂ ਇਹ ਵਿਤਕਰਾ ਮਿਟਾਈਏ ਕਿ ਕੁੜੀ ਜਾਂ ਮੁੰਡੇ ਦੇ ਵਿੱਚ ਇਹਦੇ ਕੰਮਕਾਰ ਵਿੱਚ ਜਾਂ ਇਹਦੇ ਸਿਰਫ ਇੱਕ ਸਰੀਰਕ ਬਣਤਰ ਵੱਖ ਹੋਣ ਨਾਲ ਨਾ ਤਾਂ ਮਾਨਸਿਕ ਤਾਕਤ ਕਿਤੇ ਘਟ ਸਕਦੀ ਹੈ। ਤੇ ਸਾਡੇ ਕੋਲ ਇਹੋ ਜਿਹੇ ਸਬੂਤ ਨੇ ਕਿ ਜਿੱਥੇ ਨਾਬਾਲਗ ਬੇਟੀਆਂ ਵੀ ਪਹਾੜੀ ਰਾਜਿਆਂ ਦੇ ਵਿਰੁੱਧ ਜੰਗ ਜਿੱਤ ਚੁੱਕੀਆਂ ਸਨ, ਤਾਂ ਮਤਲਬ ਇਹ ਸਰੀਰਕ ਤਾਕਤ ਬਣਾਉਣ ਦੀ ਇਸ ਵੇਲੇ ਲੋੜ ਹੈ। ਕਿਉਂਕਿ ਜਦੋਂ ਅਸੀਂ ਧੀਆਂ ਨੂੰ ਪੁੱਤਰਾਂ ਦੇ ਵਾਂਗ ਉਹਨਾਂ ਦੇ ਤਰ੍ਹਾਂ ਹੀ ਪਾਲ ਕੇ ਉਸੇ ਤਰ੍ਹਾਂ ਦਾ ਇੱਕੋ ਜਿਹਾ ਹੱਕ ਦੇਵਾਂਗੇ ਤਾਂ ਯਕੀਨਨ ਇਸ ਸੋਚ ਵਿੱਚ ਹੌਲੀ-ਹੌਲੀ ਤਬਦੀਲੀ ਆਏਗੀ। ਜਿਵੇਂ ਹੁਣ ਵੀ ਆ ਰਹੀ ਹੈ, ਆਮ ਤੌਰ ਤੇ ਜਿਹੜੇ ਸਿਆਸਤਦਾਨ ਜਾਂ ਕੋਈ ਉੱਚੇ ਅਹੁਦਿਆਂ ਤੇ ਬੈਠੇ ਹੋਣ ਉਹ ਕਹਿ ਦੇਣਗੇ ਧੀ ਜ਼ਰੂਰ ਜੰਮਣੀ ਚਾਹੀਦੀ ਹੈ ਪਰ ਗੁਆਂਢੀ ਦੇ ਘਰ। ਸੋ ਇਹ ਜਿਹੜੀ ਸੋਚ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਧੀ ਹਰ ਘਰ ਵਿੱਚ ਹੋਏ ਤਾਂ ਕਿ ਉੱਥੇ ਤਹਿਜ਼ੀਬ ਆ ਜਾਂਦੀ ਹੈ ਉਹਨਾਂ ਨੂੰ ਕਿ ਹਾਂ ਜੇ ਘਰ 'ਚ ਧੀ ਹੈ ਤੇ ਅਸੀਂ ਬਿਲਕੁਲ ਲੰਡਰਪੁਣਾ ਨਹੀਂ ਦਿਖਾਣਾ, ਅਸੀਂ ਥੋੜ੍ਹਾ ਜਿਹਾ ਦੂਸਰੇ ਦੀ ਧੀ ਪ੍ਰਤੀ ਵੀ ਕਿਸ ਤਰ੍ਹਾਂ ਦੀ ਸੋਚ ਰੱਖਣੀ ਹੈ ਤੇ ਉਸੇ ਹੀ ਤਰ੍ਹਾਂ ਦੀ ਯਾਨੀ ਆਪਣੇ ਘਰਾਂ ਵਿੱਚ ਵੀ ਰੱਖਾਂਗੇ ਤਾਂ ਜ਼ਰੂਰ ਇਸ ਚੀਜ਼ 'ਚ ਫਰਕ ਆਉਣਾ ਸ਼ੁਰੂ ਹੋਏਗਾ। ਇਹ ਗੱਲ ਤਾਂ ਹੈ ਮੈਮ, ਜੇ ਆਪਣੇ ਘਰ ਦੇ ਵਿੱਚ ਧੀ ਹੁੰਦੀ ਹੈ ਤਾਂ ਹੀ ਅਸੀਂ ਕਿਸੇ ਹੋਰ ਦੀ ਧੀ ਦੀ ਇੱਜ਼ਤ ਕਰਦੇ ਹਾਂ। ਬਿਲਕੁਲ। ਪਰ ਫਿਰ ਵੀ ਕੁਝ ਅਜਿਹੇ ਲੋਕ ਹੈਗੇ ਨੇ ਵੀ ਬੇਸ਼ੱਕ ਆਪਣੇ ਘਰ ਦੇ ਵਿੱਚ ਧੀ ਭੈਣ ਜਿੰਨੀਆਂ ਮਰਜ਼ੀ ਹੋਣ, ਪਰ ਜੇ ਉਹਨਾਂ ਨੇ ਆਪਣੀ ਅਵਾਰਾਗਰਦੀ ਕਰਨੀ ਆ, ਜੇ ਹੋਰਾਂ ਦੀਆਂ ਧੀਆਂ ਤੇ ਮਾੜੀ ਨਜ਼ਰ ਰੱਖਣੀ ਆ, ਉਹਨਾਂ ਨੇ ਫਿਰ ਵੀ ਰੱਖਣੀ ਆ। ਫਿਰ ਵੀ ਉਹ ਇਹ ਨਹੀਂ ਸੋਚਦੇ ਵੀ ਅਸੀਂ ਕਿਸੇ ਦੀ ਧੀ ਨੂੰ ਛੇੜ ਰਹੇ ਹਾਂ, ਕੱਲ ਨੂੰ ਸਾਡੀ ਭੈਣ ਵੀ ਬਾਹਰ ਜਾਂਦੀ ਆ, ਉਹਨੂੰ ਵੀ ਕੋਈ ਛੇੜਦਾ ਹੋਊਗਾ, ਉਹਨੂੰ ਵੀ ਕਿਉਂ ਦੇਖਦੇ ਨੇ? ਕਿਉਂ ਨਹੀਂ ਲੋਕ ਇਸ ਵੱਲ ਸੋਚਦੇ? ਕਿਉਂਕਿ ਇਹ ਸਿੱਖਿਆ ਘਰ ਵਿੱਚ ਨਹੀਂ ਦਿੱਤੀ ਗਈ। ਦੇਖੋ ਨਾ, ਜੇ ਮਾਂ ਨੇ ਜਾਂ ਪਿਓ ਨੇ ਸ਼ੁਰੂ ਵਿੱਚ ਇਹ ਨਹੀਂ ਅਸੀਂ ਸਿਖਾ ਸਕੇ ਕਿ ਭਾਈ ਘਰ ਵਿੱਚ ਧੀ ਦੀ ਇੱਜ਼ਤ ਕਰਨੀ ਹੈ, ਜਾਂ ਕੋਈ ਹਸਬੈਂਡ ਆਪਣੀ ਵਾਈਫ ਨੂੰ ਆਪਣੇ ਬੱਚਿਆਂ ਸਾਹਮਣੇ ਮਾਰ ਕੁਟਾਈ ਕਰਦਾ, ਡੋਮੈਸਟਿਕ ਵਾਇਲੈਂਸ ਕਰਦਾ, ਤਾਂ ਪੁੱਤਰ ਨੇ ਆਟੋਮੈਟਿਕਲੀ ਉਹ ਸਿੱਖਣਾ। ਇਹ ਸਿੱਖਿਆ ਬਾਹਰੋਂ ਨਹੀਂ ਦਿੱਤੀ ਜਾ ਸਕਦੀ, ਘਰਾਂ ਦੇ ਵਿੱਚੋਂ ਹੀ ਇਹ ਸਿੱਖਿਆ ਛੋਟੇ ਹੋਣ ਤੋਂ ਦੇਵਾਂਗੇ ਤਾਂ ਹੀ
ਉਹ ਬਾਹਰ ਵੀ ਉਸੇ ਤਰ੍ਹਾਂ ਦਾ ਬਿਹੇਵੀਅਰ ਕਰਨਗੇ ਜਿਵੇਂ ਦਾ ਅਸੀਂ ਸਿਖਾ ਕੇ ਭੇਜਿਆ। ਸੋ ਘਰ ਜੇ ਪਿਓ ਮਾਰ ਕੁਟਾਈ ਕਰੇਗਾ ਤਾਂ ਪੁੱਤਰ ਨੂੰ ਕੁਝ ਸਿਖਾਉਣ ਦੀ ਲੋੜ ਨਹੀਂ, ਉਹ ਸਿੱਖਿਆ ਸਿਖਾਇਆ ਹੀ ਜਾਏਗਾ ਕਿ ਮੈਂ ਕਿੰਨੀ ਕੁ ਔਰਤ ਦੀ ਨਾਲ ਬਦਤਮੀਜ਼ੀ ਕਰਨੀ ਹੈ, ਕਿੰਨੀ ਕੁ ਉਹਦੀ ਬੇਇੱਜ਼ਤੀ ਕਰਨੀ ਹੈ, ਉਹ ਪਹਿਲਾਂ ਹੀ ਸਿੱਖ ਚੁੱਕਿਆ। ਸੋ ਪਹਿਲਾਂ ਤਾਂ ਇੱਕ ਐਗਜ਼ਾਮਪਲ ਹਰ ਘਰ ਵਿੱਚ ਪਿਓ ਨੂੰ ਬਣ ਕੇ ਦਿਖਾਉਣਾ ਪਏਗਾ ਕਿ ਮੈਂ ਤੇਰੀ ਮਾਂ ਦੀ ਇੱਜ਼ਤ ਕਰਦਾ, ਤਾਂ ਉਹ ਆਟੋਮੈਟਿਕਲੀ ਸਿੱਖੇਗਾ, ਉਹਨੂੰ ਕੁਝ ਹੋਰ ਸਿਖਾਉਣ ਦੀ ਲੋੜ ਨਹੀਂ ਜੀ। ਤੇ ਮੈਮ ਜਾਂਦੇ ਜਾਂਦੇ ਦੱਸੋ ਵੀ ਦਰਸ਼ਕਾਂ ਨੂੰ ਇਸ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ? ਕਿੱਦਾਂ ਦੀ ਵੀ ਜਿਹੜੀ ਸੋਚ ਹੈ ਲੋਕਾਂ ਨੂੰ ਬਦਲਣੀ ਚਾਹੀਦੀ ਹੈ? ਕੁੜੇ ਮੁੰਡੇ 'ਚ ਫਰਕ ਕਿੱਦਾਂ ਮਿਟਾਉਣਾ ਚਾਹੀਦਾ? ਜੀ ਮੈਂ ਤਾਂ ਜਾਂਦੇ ਜਾਂਦੇ ਦਰਅਸਲ ਸਿਰਫ ਹੁਣ ਗੱਲ ਕਰਨਾ ਚਾਹਾਂਗੀ ਕਿਸਾਨਾਂ ਦੀ, ਜਿਹੜੇ ਕਿਰਤੀ ਇਸ ਵੇਲੇ ਇੰਨੀ ਠੰਡ ਦੇ ਵਿੱਚ, ਮੀਂਹ ਦੇ ਵਿੱਚ, ਉੱਥੇ ਜਿੱਥੇ 70 ਸਾਲ ਦੇ ਤੋਂ ਲੈ ਕੇ 100 ਸਾਲ ਤੱਕ ਦੇ ਬਜ਼ੁਰਗ ਨੇ, ਸਾਡੀਆਂ ਮਾਵਾਂ ਬਜ਼ੁਰਗ ਉੱਥੇ ਬੈਠੀਆਂ ਨੇ, ਉਹਨਾਂ ਬੁੱਢੀਆਂ ਹੱਡੀਆਂ ਨੇ ਜਿਸ ਤਰੀਕੇ ਠੰਡ ਵੀ ਜਰੀ ਹੈ ਅਤੇ ਜਿਸ ਤਰੀਕੇ ਸੰਘਰਸ਼ ਦੇ ਵਿੱਚ ਉਹਨਾਂ ਨੇ ਚੜ੍ਹਦੇ ਕਲਾ ਦੇ ਨਾਲ ਉੱਥੇ ਆਵਾਜ਼ ਚੁੱਕੀ ਹੈ। ਇਹੋ ਜਿਹਾ ਸੰਘਰਸ਼ ਦੁਨੀਆ ਭਰ ਵਿੱਚ ਇੱਕ ਮਿਸਾਲ ਬਣ ਗਿਆ, ਜਿੱਥੇ ਕਦੇ ਅਜਿਹਾ ਇਤਿਹਾਸ ਵਿੱਚ ਕਦੇ ਵਾਪਰਿਆ ਹੀ ਨਹੀਂ, ਇਤਿਹਾਸ ਨਵਾਂ ਸਿਰਜਿਆ ਗਿਆ। ਇਹ ਸਿਜਦਾ ਇਸ ਸਾਲ ਦੀ ਲੋਹੜੀ ਉਹਨਾਂ ਲਈ, ਕਿਉਂਕਿ ਜਿੱਦਾਂ ਉਹਨਾਂ ਨੇ ਪੂਰੀ ਦੁਨੀਆ ਆਪਣੇ ਨਾਲ ਖੜੀ ਕਰ ਲਈ ਹੈ ਨਾ, ਇਹੋ ਜਿਹੀ ਮਿਸਾਲ ਨਹੀਂ ਮਿਲਦੀ। ਜਿੱਥੇ ਮਰਜ਼ੀ ਸੰਘਰਸ਼ ਹੋਏ ਹੋਣ, ਲੋਕ ਕਿਤੇ ਨਾ ਕਿਤੇ ਆ ਕੇ ਆਪਣਾ ਸਬਰ ਦਾ ਬੰਨ੍ਹ ਤੋੜ ਲੈਂਦੇ ਨੇ, ਟੁੱਟ ਫੁੱਟ ਹੁੰਦੀ ਹੈ, ਕਤਲ, ਗੋਲੀਆਂ, ਸਭ ਕੁਝ ਚੱਲਦਾ। ਪਰ ਇੱਥੇ ਸਭ ਕੁਝ ਜਰਿਆ ਜਾ ਰਿਹਾ, ਸਰੀਰ ਦਾਨ ਕੀਤੇ ਜਾ ਰਹੇ ਨੇ, ਅੱਖਾਂ ਦਾਨ ਕੀਤੀ ਜਾ ਰਹੀਆਂ ਨੇ, ਜਿੱਥੇ ਲਹੂ ਦਾਨ ਹੋ ਰਿਹਾ, ਜਿੱਥੇ ਲੋਕਾਂ ਦੇ ਢਿੱਡ ਰਜਾਏ ਜਾ ਰਹੇ ਨੇ, ਜਿੱਥੇ ਉਹਨਾਂ ਨੂੰ ਗਰਮ ਕੱਪੜੇ ਦਿੱਤੇ ਜਾ ਰਹੇ ਨੇ, ਜਿੱਥੇ ਉਹਨਾਂ ਦੇ ਕੱਪੜੇ ਧੋਤੇ ਜਾ ਰਹੇ ਹੋਣ। ਯਾਨੀ ਕੋਈ ਹੱਦ ਹੀ ਨਹੀਂ ਜਿੱਥੋਂ ਤੱਕ ਦੀ ਸੇਵਾ ਦੀ ਗੱਲ ਕਰੀਏ, ਕੋਈ ਲਿਮਿਟ ਨਹੀਂ, ਕੋਈ ਜਾਤ ਪਾਤ ਨਹੀਂ, ਕੋਈ ਊਚ ਨੀਚ ਨਹੀਂ। ਇੰਨਾ ਪਿਆਰ ਅਤੇ ਇੰਨੀ ਅਪਣੱਤ ਕਿ ਉੱਥੇ ਜਾ ਕੇ ਸਵਰਗ ਦਾ ਨਜ਼ਾਰਾ ਆ ਜਾਂਦਾ ਹੋਏ। ਸੋ ਇਹ ਖੁਸ਼ੀ ਦਾ ਤਿਉਹਾਰ ਉਹਨਾਂ ਨੂੰ ਹੀ ਸਮਰਪਿਤ ਕਰ ਦੇਣਾ ਚਾਹੀਦਾ, ਜਿੱਥੇ ਪਹਿਲੀ ਵਾਰ ਦਿਸਿਆ ਕਿ ਧੀਆਂ ਅਤੇ ਪੁੱਤਰਾਂ 'ਚ ਕੋਈ ਵਿਤਕਰਾ ਨਹੀਂ, ਧੀਆਂ ਵੀ ਪਹੁੰਚੀਆਂ ਨੇ ਉਸੇ ਬੁਲੰਦੀ ਨਾਲ ਆਵਾਜ਼ ਚੁੱਕਦੀਆਂ, ਟਰੈਕਟਰ ਚਲਾਉਂਦੀਆਂ। ਸੋ ਇਹ ਸਾਡੀ ਅਸਲ ਇਸ ਸਾਲ ਦੀ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਅਚੀਵਮੈਂਟ ਸਾਡੀ ਹੋਈ ਹੈ, ਜਿੱਥੇ ਅਸੀਂ ਸਾਰੇ ਇਕੱਠੇ ਹੋ ਗਏ ਹਾਂ, ਸਭ ਨੂੰ ਬਰਾਬਰ ਮਹਿਸੂਸ ਹੋਣ ਲੱਗ ਗਿਆ, ਭਾਵੇਂ ਕੋਈ ਕਿਸੇ ਹੀ ਪਦਵੀ 'ਤੇ ਹੋਵੇ, ਕਿਸੇ ਹੀ ਅਹੁਦੇ 'ਤੇ ਹੋਵੇ, ਪਰ ਉਹਨੂੰ ਉੱਥੇ ਧੀਆਂ ਪੁੱਤਰਾਂ, ਬਜ਼ੁਰਗਾਂ, ਮਾਵਾਂ, ਸਭ ਦਾ ਸਾਥ ਉੱਥੇ ਦਿਸ ਰਿਹਾ ਹੈ। ਇਹੋ ਅਸਲ ਵਿੱਚ ਚਾਹੀਦਾ ਸੀ ਅਤੇ ਉਹ ਤਬਦੀਲੀ ਸਾਡੇ ਸਾਹਮਣੇ ਹੈ। ਜੀ ਜੀ, ਇਹ ਸਨ ਡਾਕਟਰ ਹਰਸ਼ਿੰਦਰ ਕੌਰ, ਜਿਨ੍ਹਾਂ ਨੇ ਕਿ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਰੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਤੇ ਪਹਿਲਾਂ ਦੇ ਜ਼ਮਾਨੇ ਦੇ ਵਿੱਚ ਵੀ ਲੋਹੜੀ ਮਨਾਈ ਜਾਂਦੀ ਸੀ। ਅੱਜ ਦੇ ਜ਼ਮਾਨੇ ਦੇ ਵਿੱਚ ਧੀਆਂ ਦੀ ਜਿਹੜੀ ਲੋਹੜੀ ਉਹ ਵੀ ਮਨਾਈ ਜਾਂਦੀ ਹੈ। ਇਸ ਨੂੰ ਲੈ ਕੇ ਜਿਹੜੇ ਡਾਕਟਰ ਹਰਸ਼ਿੰਦਰ ਕੌਰ ਵੱਲੋਂ ਜਿਹੜੇ ਆਪਣੇ ਵਿਚਾਰ ਨੇ ਉਹ ਸਾਂਝੇ ਕੀਤੇ ਨੇ। ਸੋ ਮੈਡਮ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਲੋਹੜੀ ਦਾ ਤਿਉਹਾਰ ਆ, ਲੋਹੜੀ ਦੇ ਤਿਉਹਾਰ ਨੂੰ ਲੈ ਕੇ ਜਿਹੜਾ ਇਹ ਮਤਲਬ ਕਿ ਪ੍ਰੋਗਰਾਮ ਸੀਗਾ, ਤੇ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਫਰਕ ਸਮਝਿਆ ਜਾਂਦਾ ਸੀ, ਪਰ ਅੱਜ ਦੇ ਜ਼ਮਾਨੇ ਵਿੱਚ ਕਿਤੇ ਨਾ ਕਿਤੇ ਬਦਲਾਵ ਜਿਹੜਾ ਉਹ ਨਜ਼ਰ ਆਉਂਦਾ ਆ ਰਿਹਾ ਹੈ। ਅੱਜ ਦੇ ਜ਼ਮਾਨੇ ਦੇ ਵਿੱਚ ਕੁੜੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ। ਸੋ ਲੋਹੜੀ ਦੇ ਪਵਿੱਤਰ ਤਿਉਹਾਰ ਨੂੰ ਲੈ ਕੇ ਸਾਡੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ। ਸੋ ਮੈਨੂੰ ਦਿਓ ਇਜਾਜ਼ਤ, ਤੁਸੀਂ ਦੇਖਦੇ ਰਹੋ ਸਟਾਰ ਕੈਨੇਡਾ TV। ਧੰਨਵਾਦ।